ਤੁਹਾਨੂੰ 10 ਦਿਨ ਦੇ ਅੰਦਰ ਅੰਦਰ ਤੁਸੀਂ ਆਬਜੈਕਸ਼ਨ ਫਾਈਲ ਕਰ ਦਿਓ। ਪਰ ਇਹਨਾਂ ਕਿਸਾਨਾਂ ਨੂੰ ਅੱਜ ਤੱਕ ਕਿਸੇ ਨੇ ਦੱਸਿਆ ਕਿ ਤੁਹਾਡੀ ਜ਼ਮੀਨ ਦਾ ਰੁਪਈਆ ਦੇ ਰਹੇ, ਚਵਾਨੀ ਦੇ ਰਹੇ, ਧੇਲੀ ਦੇ ਰਹੇ, ਕੀ ਦੇ ਰਹੇ? ਘੱਟੋ ਘੱਟ ਉਹਨਾਂ ਨੂੰ ਕੋਈ ਮਤਲਬ ਉਹਨਾਂ ਨੂੰ ਸੱਦ ਕੇ ਉਹਨਾਂ ਨਾਲ ਗੱਲ ਕੋਈ ਸਲਾਹ ਮਸ਼ਵਰਾ ਵੀ ਹਾਂਜੀ ਤੁਹਾਡੀ ਜ਼ਮੀਨ ਦਾ ਰੁਪਈਆ ਮੁੱਲ ਪਾਇਆ ਉਹਨਾਂ ਦੇਣੀ ਆ ਨਹੀਂ ਦੇਣੀ, ਦੈਟਸ ਅ ਡਿਫਰੈਂਟ ਪੁਆਇੰਟ। ਪਰ ਅਜੇ ਤੱਕ ਕਿਸੇ ਜ਼ਿਮੀਂਦਾਰ ਨੂੰ ਇਹ ਪਤਾ ਕਿ ਉਹਨੂੰ ਕੀ ਪੈਸਾ ਮਿਲਣਾ ਹੈ। ਸਹੀ ਗੱਲ ਮੇਰੀ ਗੱਲ ਸੁਣੋ। ਦੂਸਰੀ ਗੱਲ ਅਸੀਂ ਇਹ ਕਹਿਣੀ ਚਾਹੁੰਦੇ ਆ ਵੀ ਸਾਡੇ ਵੱਲੋਂ ਇਹ ਬਹੁਤ ਹੀ ਹੈਗੀ ਆ ਗੱਲ ਜਿਹੜੀ ਫਾਰਮਰ ਕਮਿਊਨਿਟੀ ਵੱਲੋਂ ਕਿ ਸਾਡਾ ਆਲਰੇਡੀ ਫਾਰਮਰਸ ਆ ਸਿਟਿੰਗ ਓਵਰ ਦ ਸਿੰਗਲ ਬਾਰਡਰਸ। ਠੀਕ ਹੈ ਜੀ। ਅਸੀਂ ਇਹ ਚਾਹੁੰਦੇ ਆ ਵੀ ਜਿੰਨਾ ਚਿਰ ਸਾਡੇ ਉਹ ਫਾਰਮਰਸ ਵਾਪਸ ਨਹੀਂ ਨਾ ਆ ਜਾਂਦੇ, ਸਾਨੂੰ ਤੁਸੀਂ ਇਹ ਪ੍ਰੋਜੈਕਟ ਨੂੰ ਥੋੜੇ ਸਮੇਂ ਬਾਅਦ ਡਿਲੇ ਕਰਨਾ ਜੀ। neither we want 3D, neither we want any 3G. Neither we want 3D nor we want any 3G. Until unless the farmer will come over there, we will decide it with you, and then we will think either we have to give you land or not. It is our land. It is our father's ancestral property. It hurt too much to us that if a land is going through our farmhouse and they are saying that we will not pay you so much price, it hurts us, it hurts our sentiments, it hurts our children's. That is the way. I am very much, not me, we all are very emotionally attached to our land. Certainly. So what you have said, you are absolutely right. ਜਿਹੜੇ ਜ਼ਮੀਨਦਾਰ ਵਰਗ ਹੁੰਦਾ ਉਹਨਾਂ ਦੀ ਇਮੋਸ਼ਨਲ ਅਟੈਚਮੈਂਟ ਹੁੰਦੀ ਹੈ, ਦਾ ਸੈਂਟੀਮੈਂਟ ਇਜ਼ ਵੈਰੀ ਸਟਰੋਂਗ। ਕਿਉਂਕਿ ਜ਼ਮੀਨ ਸਾਡੀ ਮਾਂ ਹੁੰਦੀ ਹੈ। ਮੈਂ ਵੀ ਪੰਜਾਬ ਤੋਂ, ਮੈਂ ਸਾਡੀ ਥੋੜੀ ਬਹੁਤ ਕਿਤੇ ਨਾ ਕਿਤੇ ਹੈਗੀਆਂ ਜ਼ਮੀਨਾਂ ਤੇ ਸਾਡੇ ਪਿੰਡਾਂ ਤੋਂ ਵੀ ਜੱਥਾ ਗਿਆ ਹੋਇਆ ਜੀ। ਹਾਂਜੀ ਹਾਂਜੀ, ਅਸੀਂ ਵੀ ਹਰ ਬੰਦਾ ਆਪਣੇ ਲੈਵਲ ਤੇ ਉਹਦੇ ਨਾਲ ਜੁੜਿਆ ਹੋਇਆ ਹੈ। ਸਰ ਜਿਹੜੀ ਤੁਹਾਡੀ ਡਿਮਾਂਡ ਸੀ 3D ਔਰ 3G ਦੀ, ਹਲੇ 3G ਅਸੀਂ ਸ਼ੁਰੂ ਹੀ ਨਹੀਂ ਕੀਤਾ ਮੇਰੇ ਖਿਆਲ ਤੋਂ, ਬਟ having said so 3D ਸ਼ਾਇਦ ਅਖਬਾਰਾਂ ਵਿੱਚ ਆ ਗਿਆ। I'm not sure 3D ਆ ਗਿਆ। 3D ਇਹਨਾਂ ਨੇ ਮੇਰੇ ਖਿਆਲ ਆ ਇਹਨਾਂ ਨੇ 10 ਦਿਨ ਦਾ ਟਾਈਮ ਦਿੱਤਾ ਸੀਗਾ, ਕਟਿੰਗ ਹੋਣੀ ਆ। ਸਾਨੂੰ ਅਜੇ ਤੱਕ ਪਤਾ ਹੀ ਕੱਖ ਨਹੀਂ ਗਾ ਕਿ ਉਹਦੇ ਬਾਰੇ ਵੀ ਅਸੀਂ ਦੱਸਦੇ ਹਾਂ ਕਿ ਯੂਜੂਅਲੀ ਨਾ ਜਿਹੜਾ ਤੁਹਾਨੂੰ ਨਵਾਂ ਐਕਟ ਬਣਿਆ 2013 ਦੇ ਵਿੱਚ ਬਣਾਇਆ ਸੀ ਉਹਨਾਂ ਦੇ ਐਕਟ, ਉਹਦੇ ਵਿੱਚ ਅਸੀਂ ਰੇਟ ਕੱਢਦੇ ਹਾਂ ਜ਼ਮੀਨਾਂ ਦੇ। ਉਹ ਜੇ ਜ਼ਮੀਨਾਂ ਦੇ ਰੇਟ ਕੱਢਦੇ ਸਾਰੇ ਪਿੰਡਾਂ 'ਚ ਅਲੱਗ-ਅਲੱਗ ਨਿਕਲਦੇ, ਉਸ ਪਿੰਡ ਦੇ ਕਲੈਕਟਰ ਰੇਟ ਨਾਲ ਜੁੜਿਆ ਹੋਇਆ। ਥੋੜੀ ਤੁਸੀਂ ਇਸ ਗੱਲ ਸਮਝਦੇ ਹੋ ਜੀ ਉਹ ਪੋਲੀਟੀਕਲ ਰੇਟਾਂ ਕਰਕੇ ਕਲੈਕਟਰ ਰੇਟ ਨਹੀਂ ਵਧਦੇ, ਬਟ ਹੈਵਿੰਗ ਸੈਡ ਸੋ ਜੋ ਸਾਨੂੰ ਪਤਾ ਲੱਗਿਆ ਇਨਫੋਰਮਲੀ, ਹਲੇ ਮੈਂ ਔਨ ਰਿਕਾਰਡ ਤਾਂ ਨਹੀਂ ਦੱਸ ਸਕਦਾ ਕਿਉਂਕਿ ਅਸੀਂ ਧਿਆਨ 'ਚ ਸਰਕਾਰਾਂ ਦੇ ਵੀ ਲਿਆਇਆ ਸੀ ਕਿ ਦੇਖੋ ਜੀ ਕਿਤੇ ਵੀ ਮਾੜੀ ਤੋਂ ਮਾੜੀ ਜ਼ਮੀਨ ਪੰਜਾਬ ਦੇ ਵਿੱਚ 25 ਤੋਂ 30 ਲੱਖ ਤੋਂ ਘੱਟ ਨਹੀਂ ਮਿਲਦੀ ਕਿਤੇ ਵੀ। ਠੀਕ ਹੈ, ਐਂਡ ਸਾਡਾ ਵੀ ਅਸੈਸਮੈਂਟ ਹੈ। ਅਸੀਂ ਵੀ ਪੰਜਾਬ ਤੋਂ, ਮੈਡਮ ਵੀ ਪੰਜਾਬ ਤੋਂ, ਮੈਮ ਸੰਗਰੂਰ ਤੋਂ ਨੇ, ਤੇ ਸਾਨੂੰ ਵੀ ਇਹ ਗੱਲ ਪਤਾ ਹੈ। ਅਸੀਂ ਉਹਨਾਂ ਨੂੰ ਬੋਲਿਆ ਸੀ ਕਿ ਮੈਂ ਕਿਹਾ ਸਭ ਤੋਂ ਉਪਜਾਊ ਜ਼ਮੀਨ ਸਾਡੀ ਹੈ ਜੀ ਪੰਜਾਬ 'ਚ, ਇਸ ਤੋਂ ਵਧੀਆ ਉਪਜਾਊ ਇੱਥੇ ਕੋਈ ਬੰਦਾ ਵੇਚ ਕੇ ਮਹਾਰਾਸ਼ਟਰ ਜਾ ਕੇ ਉਹ ਜ਼ਮੀਨ ਖਰੀਦੂਗਾ ਕਿੱਦਾਂ ਖਰੀਦੇਗਾ? the productivity per year crop ਤੁਸੀਂ 3 ਫਸਲਾਂ ਵੀ ਕੱਢ ਦੇਣੀਆਂ ਉਹਦੇ ਚੋਂ, ਤੁਸੀਂ 2 ਫਸਲਾਂ ਵੀ ਕੱਢ ਦੇਣੀਆਂ। ਉਹ ਸਾਡੀ ਜ਼ਮੀਨ ਦੀ ਉਪਜਾਊ ਸ਼ਮਤਾ ਦੇਖੋ ਨਾ, ਇਰੀਗੇਸ਼ਨ ਦੇਖੋ, ਤੇ ਸਾਰੇ ਫੈਕਟਰ ਜੋ ਅਸੀਂ ਬੋਲੇ ਸੀ ਕਿ ਸਾਨੂੰ ਜਿਹੜੇ ਤੁਹਾਨੂੰ ਫਾਰਮੂਲਾਜ਼ ਹੋ ਤਾਂ ਕਿ ਇਹਨਾਂ ਦਾ ਕੰਪੋਜੀਸ਼ਨ ਵਧਾ ਪਾਈਏ। ਆਈ ਗੈਸ ਉਹ ਪਾਸ ਹੋ ਗਿਆ। ਹਾਂਜੀ, ਪਾਸ ਹੋ ਗਿਆ ਕਿਸੇ ਲੈਵਲ ਤੇ। ਉਹ ਹੁਣ ਸਾਨੂੰ ਪਤਾ ਕਿ ਲਿਪੀਸ ਕੀ ਆਏਗਾ, ਬਟ ਉਹ ਕਿਸੇ ਲੈਵਲ ਤੇ ਪਾਸ ਹੋ ਗਿਆ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਜਿੰਨਾ ਹੋ ਸਕੇ ਅਪਾਰਟ ਫਰਮ ਜ਼ਮੀਨ ਤੋਂ ਇਲਾਵਾ ਬਾਕੀ ਪੱਤੇ ਹੋਰ ਵਧਾ ਦਿੱਤੇ ਗਏ। ਇਹ ਤੁਹਾਨੂੰ ਇਨਫੋਰਮਲੀ ਪਤਾ ਲੱਗ ਗਿਆ। ਇਹ ਹੈ ਜੀ ਪਹਿਲੀ, ਬਟ ਦੈਟ ਇਜ਼ ਨਾਟ ਇਨ ਦ ਰਿਟਨ ਪ੍ਰੈਜ਼ੈਂਟਲੀ। ਸਾਨੂੰ ਬੜੀ ਸੀਨੀਅਰ ਅਫਸਰ ਨੇ ਦੱਸਿਆ। ਅੱਛਾ ਠੀਕ ਹੈ। ਸੋ ਮੈਂ ਅਸਿਊਮ ਕਰਦਾ ਅਫਸਰ ਸੀਟ ਤੇ ਬੈਠਾ। ਹਾਂ ਠੀਕ ਹੈ, ਡੈਫੀਨਿਟਲੀ। ਸੋ ਇੱਕ ਗੁੱਡ ਫੇਥ ਵੀ ਹੁੰਦਾ ਸਰ, ਟਰਸਟ ਵੀ ਹੁੰਦਾ। ਬਿਲਕੁਲ ਬਿਲਕੁਲ ਠੀਕ ਹੈ। ਉਹ ਕਹਿੰਦੇ ਸਰ ਲਿਖੀ ਤੁਹਾਨੂੰ ਹਫਤੇ ਤੱਕ ਆ ਜਾਏਗਾ। ਅਸੀਂ ਇਸੀ ਕਰਕੇ ਸਭ ਨੇ ਅਵਾਰਡ ਰੋਕ ਦਿੱਤਾ। ਅਸੀਂ ਜਲਦੀ ਤਾਜ਼ਾ ਅਵਾਰਡ ਕਰ ਦਈਏ, ਕੱਲ ਕੋਈ ਨਵਾਂ ਲੈਟਰ ਆਏਗਾ ਕਿ ਇਹਨੂੰ ਲੱਖ ਰੁਪਏ ਜਾਣਾ, ਇਹਨੂੰ 2 ਲੱਖ ਦੋ, ਨੁਕਸਾਨ ਕਰਤਾ ਨਾ ਇਸ ਦਾ। ਬਟ ਵੀ ਆਰ ਨਾਟ ਇਨ ਅ ਰਸ਼। ਠੀਕ ਹੈ, ਇਹ ਅਸੀਂ ਅਵਾਰਡ ਕਰਨਾ ਹੈ। ਐਂਡ ਜਿਵੇਂ ਤੁਸੀਂ ਕਿਹਾ, ਤੁਸੀਂ ਬੋਲੇ ਸੀ ਫਾਰਮ ਹਾਊਸ ਵਗੈਰਾ ਜਾਂ ਕਿਸੇ ਦਾ ਘਰ ਆਉਂਦਾ, ਤੁਹਾਡੇ ਘਰ ਦੀ ਇੱਟ ਤੋਂ ਲੈ ਕੇ ਟੁੱਟੀ ਲੱਗਦਾ ਤਾਂ ਹੀ ਮਿਲੂਗਾ। ਪਰ ਸਰ ਜਿਹੜੇ ਜਿਵੇਂ ਜ਼ਮੀਨ ਦੇ ਵਿੱਚ ਦੀ ਲੰਘ ਗਈ ਸੜਕ, ਕੁਝ ਪਰਲੇ ਬੰਨੇ ਰਹਿ ਗਈ, ਕੁਝ ਇੱਧਰ ਰਹਿ ਗਈ, ਤੇ ਉਹਦੇ ਵਿੱਚ ਦੀ ਰਸਤਾ ਤੇ ਹੈ ਨਹੀਂ, ਉੱਚੀ ਬਣਨੀ। ਉਹਦੇ ਵਿੱਚ ਹੀ ਮੈਂ ਦੱਸਿਆ ਨਾ, ਉਹਦੇ ਵਿੱਚ ਅਸੀਂ ਆਰਡਰ ਪਾਸ ਕੀਤੇ ਨੇ, ਸਭ ਨੇ ਅਸੀਂ ਆਰਡਰ ਪਾਸ ਕੀਤੇ ਨੇ। ਇਹ ਜੀ ਜਿਹਦੇ ਆਸ-ਪਾਸ ਸਰਵਿਸ ਰੋਡਾਂ ਨਿਕਲ ਰਹੇ ਨੇ ਉਹ ਹੋ ਗਈ ਹੁਣ, ਉਹ ਸਰਵਿਸ ਰੋਡਸ ਬਣ ਰਹੀ ਹੈ। ਸਰਵਿਸ ਰੋਡ ਦਾ ਸਰਵਿਸ ਲੇਨਸ ਨਾਲ ਹਾਂਜੀ ਹਾਂਜੀ, ਉਹ ਐਲੀਵੇਟਡ ਰਿਸਟ੍ਰਿਕਟਡ ਹੈ ਜੀ ਸਰਵਿਸ ਲੇਨ, ਜਿਹਦੇ ਵਿੱਚ ਕਿ ਇਹ ਹੀ ਤੁਹਾਡਾ ਅਧਿਕਾਰ ਹੈ ਜੀ ਆਪਣੇ ਰਸਤੇ ਦੀ ਜ਼ਮੀਨ ਦਾ। ਹਾਂ ਬਿਲਕੁਲ, ਤੁਹਾਡੇ ਤੋਂ ਕੋਈ ਨਹੀਂ ਲੈ ਸਕਦਾ। ਅਸੀਂ ਵੀ ਆਪਣੀ ਆਰਡਰ ਚ ਪਾਸ ਕੀਤਾ ਕਿ ਲੀਸਟ ਪੋਸੀਬਲ ਡਿਸਟੈਂਸ ਹਰ ਬੰਦੇ ਨੂੰ ਦਿੱਤਾ ਜਾਏ। ਜਿਹੜੇ ਸਰਵਿਸ ਰੋਡਾਂ ਦੇ ਨਾਲ ਤੁਸੀਂ ਐਕਸੈਸ ਤੁਹਾਨੂੰ ਮਿਲ ਜਾਏਗਾ, 1 ਕਿਲੋਮੀਟਰ 2 ਕਿਲੋਮੀਟਰ ਜਿਵੇਂ ਜਿਵੇਂ ਹੋਏਗਾ। ਤੁਸੀਂ ਆਪਣੀ ਜ਼ਮੀਨਾਂ ਤੇ ਜਾਓ। ਪਲੱਸ ਜੇ ਤੁਹਾਡੇ ਕਿਸੇ ਨਾਲੇ ਵਗੈਰਾ ਪੱਟੇ ਜਾਂਦੇ ਨੇ,
ਤੁਸੀਂ ਆਪਣੇ ਰਸਤੇ ਖੇਤਾਂ ਨੂੰ ਮੋਟਰ ਇੱਕ ਪਾਸੇ ਦੂਜੇ ਪਾਸੇ ਤੁਸੀਂ ਪਾਈਪਾਂ ਪਾਈਆਂ ਹੋਈਆਂ ਨੇ ਉਹ ਵੀ ਕੰਪਨਸੇਟ ਅਸੀਂ ਦਵਾਵਾਂਗੇ ਜਾਂ ਫਿਰ ਨੈਸ਼ਨਲ ਹਾਈਵੇ ਕੋਈ ਨਾ ਕੋਈ ਆਪਣਾ ਕਰਕੇ ਦੇਗਾ ਜੋ ਜੈਨੂਇਨ ਗੱਲ ਸੀ ਬਿਕੋਜ਼ ਅਸੀਂ ਨਹੀਂ ਚਾਹੁੰਦੇ ਸਾਡੀ ਆਫਿਸ ਹੈ ਅਸੀਂ ਫੈਕਟਰੀ ਦੇ ਸੂਚਨਾ ਆਫਿਸ ਆ ਕੇ ਤੋੜ ਦੋ ਤੇ ਅਸੀਂ ਬੋਲੋਗੇ ਸਾਡੀ ਤਾਂ ਰੋਜੀ ਰੋਟੀ ਹੈ ਸਿਮਰੇ ਤੁਹਾਡੀ ਜ਼ਮੀਨ ਹੈ ਤੁਹਾਡਾ ਉਹ ਆਫਿਸ ਹੈ ਬਿਲਕੁਲ ਕਿਸੇ ਦਾ ਘਰ ਆ ਉੱਥੇ ਬੱਚੇ ਨੇ ਵਿਆਹ ਹੋਏ ਨੇ ਤੇ ਬੜੇ ਇਮੋਸ਼ਨ ਜੁੜੇ ਹੋਏ ਨੇ ਅਸੀਂ ਆਲਰੇਡੀ ਉਹਨਾਂ ਧਿਆਨ ਚ ਲਿਆ ਚੁੱਕੇ ਹਾਂ ਮੈਂ ਡੀਸਰ ਨੂੰ ਦੱਸਦਾ ਸੀਗਾ ਕਿ ਸਰ ਅਸੀਂ ਮੀਟਿੰਗ ਕਰਨੀ ਹੈ ਇੱਕ ਸਾਡੀ 2 ਵਜੇ ਇੱਕ ਹੋਰ ਮੀਟਿੰਗ ਸੀਗੀ ਉਹ ਅਸੀਂ 2:30 ਵਜੇ ਪੋਸਟਪੋਨ ਕਰਵਾਈ ਇਸ ਕਰਕੇ ਕਿ ਅਸੀਂ ਮਿਲਣਾ ਚਾਹੁੰਦੇ ਸੀ ਸੁਣਨਾ ਵੀ ਚਾਹੁੰਦੇ ਸੀ ਇਹ ਹੈ ਕਿ ਸਾਰਾ ਕੰਕਲੂਜਨ ਸਰ ਇੱਕ ਸਰ ਹੋਰ ਕਰੋ ਇੱਕ ਕਰਕੇ ਤੁਹਾਡੇ ਵਾਸਤੇ ਟਾਈਮ ਕਰੋਨਾ ਦੇ ਦਰਮਿਆਨ ਮਤਲਬ ਸਾਰੇ ਬਿਜ਼ਨਸ ਤੁਹਾਨੂੰ ਵੀ ਪਤਾ ਵੀ ਕਿਵੇਂ ਠੱਪ ਹੋਏ ਸਿਰਫ ਸਾਨੂੰ ਇਹ ਸੀ ਕਿਸਾਨਾਂ ਨੂੰ ਵੀ ਸਾਡੀ ਚਲੋ ਰੋਜੀ ਰੋਟੀ ਦਾ ਸਾਧਨ ਹੈਗਾ ਔਰ ਕਾਮਯਾਬ ਵੀ ਰਹੇ ਹੁਣ ਇਹ ਜਦੋਂ ਮਤਲਬ ਛੋਟੇ ਜ਼ਿਮੀਂਦਾਰ ਰਹਿ ਗਏ ਪੰਜਾਬ ਦੇ ਵਿੱਚ ਬਹੁਤੇ ਵੱਡੇ ਜ਼ਿਮੀਂਦਾਰ ਨਹੀਂ ਕੋਈ 4 ਕਿੱਲੇ ਵਾਲਾ ਕੋਈ 5 ਵਾਲਾ ਕੋਈ 10 ਵਾਲਾ ਕੋਈ ਜਿਹੜੇ ਵੱਡੇ ਆ ਉਹ ਬਹੁਤ ਘੱਟ ਹੈ ਘੱਟ ਤੇ ਇਹ ਜ਼ਮੀਨ ਵਿੱਚ ਆਉਣ ਕਰਕੇ ਕੁਝ ਵੀ ਨਾ ਰਹਿ ਗਿਆ ਤੇ ਉਹ ਇੱਕ ਕਿਸਮ ਦਾ ਮਤਲਬ ਬੜਾ ਘਾਟਾ ਵੱਡਾ ਘਾਟਾ ਦੁਬਾਰਾ ਰੀਸੈਟਲਮੈਂਟ ਵਾਸਤੇ ਉਹਨੂੰ ਬਹੁਤ ਔਖਾ ਤੁਹਾਡੀ ਗੱਲ ਬਿਲਕੁਲ ਸਹਿਮਤ ਹਾਂ ਆਪਾਂ ਤਾਂ ਹੀ ਸਰਕਾਰ ਨੂੰ ਪ੍ਰੈਸ ਹੈ ਕਿ ਆਪਾਂ ਇੰਨੀ ਕਿ ਉਹਨੂੰ ਪੈਸੇ ਦਿਓ ਤਾਂ ਕਿ ਉਹ ਜ਼ਮੀਨ ਵੀ ਲੈ ਲੇ ਤੇ ਜੋ ਕੋਈ ਆਪਣੇ ਛੋਟੀ ਕੋਈ ਨਿਆਣੀ ਮਨਿਆਰੀ ਦੁਕਾਨ ਪਾ ਦੇ ਪਾ ਲਵੇ ਜੋ ਰਿਕੁਆਇਰਮੈਂਟਸ ਹੈਗੀਆਂ ਉਹ ਫੁੱਲਫਿਲ ਕਰ ਸਕੇ ਮੈਕਸਿਮਮ ਜੋ ਪੋਸੀਬਲ ਦੇ ਸਕਦੇ ਹਾਂ ਬਟ ਐਵੇਂ ਮੈਂ ਨਹੀਂ ਤੁਹਾਨੂੰ ਕਹੂੰਗਾ ਮੈਂ ਤੁਹਾਨੂੰ 10 ਕਰੋੜ ਦਊਂਗਾ ਮੈਂ ਤੁਹਾਨੂੰ ਇਹ ਨਹੀਂ ਦੱਸ ਸਕਦਾ ਮੈਂ ਤੁਹਾਨੂੰ ਕਰੋੜ ਦਊਂਗਾ ਬਟ ਮੈਨੂੰ ਇਹ ਨਹੀਂ ਪਤਾ ਬਟ ਮੈਂ ਇਹ ਕਹਿ ਰਿਹਾ ਕਿ ਮੈਂ ਸਭ ਦਾ ਕੰਪਨਸੇਸ਼ਨ ਵਧਾਵਾਂਗਾ ਮੈਂ ਜੋ ਆਪਣੇ ਵੱਲ ਦੱਸ ਸਕਦਾ ਕਿਉਂਕਿ ਜੇ ਮੇਰੇ ਲੈਵਲ ਤੋਂ ਬਾਅਦ ਉਹਨੇ ਖੁਦ ਤੇ ਜਾ ਸਕਦਾ ਅਥਾਰਟੀ ਦੇ ਕੋਲ ਉਹ ਬਟ ਉਹ ਹਲੇ ਇਮੀਡੀਏਟਲੀ ਹਲੇ ਕੁਝ ਨਹੀਂ ਕਰ ਰਹੇ ਕਿਉਂਕਿ ਇਲੈਕਸ਼ਨ ਵੀ ਆ ਗਏ ਨੇ ਆਪਣੇ ਕਮੇਟੀਆਂ ਦੇ ਇਲੈਕਸ਼ਨ ਨੇ ਉਹ ਵੀ ਆ ਗਏ ਨੇ ਤੇ ਹੁਣ 26 ਜਨਵਰੀ ਵੀ ਆ ਗਿਆ ਤੇ ਸਾਡੇ ਹੋਰ ਵੀ ਜਿਵੇਂ ਬਹੁਤ ਨੇ ਤੇ ਮੈਂ ਸਵੇਰ ਦਾ ਹੀ ਮਤਲਬ ਸੀਐਮ ਸਾਹਿਬ ਨੇ ਅਸੀਂ ਹੁਣ ਜਿਹੜੀ ਪ੍ਰੈਜ਼ੈਂਟਲੀ ਤਾਂ ਤੁਹਾਨੂੰ ਗੱਲ ਟੋਕਣ ਲੱਗਾ ਵਿੱਚ ਪ੍ਰੈਜ਼ੈਂਟਲੀ ਅਸੀਂ ਜਿਹੜੀ ਗੱਲ ਕਰ ਰਹੇ ਆ ਉਹ ਇਹ ਕਰ ਰਹੇ ਆ ਵੀ ਜਿੰਨਾ ਚਿਰ ਸਾਡੇ ਉੱਥੇ ਫਾਰਮਰਸ ਵਾਪਸ ਨਹੀਂ ਨਾ ਆਉਂਦੇ ਇਸ ਪ੍ਰੋਜੈਕਟ ਨੂੰ ਸਾਨੂੰ ਕੋਈ 3D 3G ਸਾਨੂੰ ਕੋਈ ਨੋਟਿਸ ਨਾ ਭੇਜੇ ਇਹਨਾਂ ਡਿਲੇ ਕਰ ਨਹੀਂ ਪੋਸੀਬਲ ਹੈ ਕਿ ਨਹੀਂ ਹੈਗਾ ਤੁਹਾਡੇ ਗੱਲ ਆਪਾਂ ਮੈਂ ਮੇਰੀ ਆਦਤ ਹੈ ਕਿਸੇ ਨਾਲ ਹਾਂ ਡੈਫੀਨਿਟਲੀ I don't give any false hope. We are not in a rush. I guess February 15 ਕਿਤੇ ਵੀ ਨਹੀਂ ਗਈ ਤੇ ਮੈਂ ਉਮੀਦ ਕਰਾਂ ਜਿਹੜੇ ਸਾਡੇ ਭਾਈ ਉੱਥੇ ਬੈਠੇ ਨੇ ਉਹ ਆ ਜਾਣ ਠੀਕ ਹੈ ਬਟ ਸਿੰਸ ਉਹ ਟਾਈਮ ਬਾਉਂਡ ਨਹੀਂ ਹੈ ਬਟ ਇਹ ਟਾਈਮ ਬਾਉਂਡ ਹੈ ਟਾਈਮ ਬਾਉਂਡ ਐਜ਼ ਜੋ ਫਾਈਨੈਂਸ਼ੀਅਲ ਜਿਵੇਂ ਇੱਕ ਦਿਨ ਲੇਟ ਕਰੋ ਉਹਨੇ ਪੈਸੇ ਵਧੀ ਜਾਂਦੇ ਤੁਹਾਡੇ ਕੋਲ ਹਾਂ ਉਹਦਾ ਇੰਟਰਸਟ ਮਿਲਦਾ ਠੀਕ ਹੈ ਜੋ ਸਾਨੂੰ ਪਤਾ ਹੈ ਹਾਂ ਬਿਲਕੁਲ ਉਹਦਾ ਇੱਕ ਤਰ੍ਹਾਂ ਤੁਹਾਡੇ ਹੱਕ 'ਚ ਵੀ ਹੈ ਬਟ ਸਰਕਾਰ ਦੇ ਨੁਕਸਾਨ 'ਚ ਵੀ ਹੈ ਸੋ ਇਮੀਡੀਏਟਲੀ ਜਦੋਂ 10-15 ਅਸੀਂ ਵੀ ਡਿਸਕਸ ਕਰ ਰਹੇ ਹਾਂ ਟੀਚਰ ਦੇ ਧਿਆਨ 'ਚ ਵੀ ਲਾਵਾਂਗੇ ਜਿਵੇਂ ਉੱਚ ਅਧਿਕਾਰੀਆਂ ਦੇ ਧਿਆਨ 'ਚ ਵੀ ਲਾਵਾਂਗੇ ਕਿਉਂਕਿ ਸਾਰੇ ਇਹ ਮੁੱਦੇ ਨਾ ਬਹੁਤ ਸਾਰੇ ਇਕੱਠੇ ਉਲਝ ਗਏ ਨੇ ਉਲਝ ਗਏ ਇਹ ਨੈਸ਼ਨਲ ਹਾਈਵੇ ਨਿਕਲ ਰਿਹਾ ਹੁਣ ਲੋਕਾਂ ਨੂੰ ਦਿੱਲੀ ਦੇ ਵੈਸੇ ਹੀ ਕੁਝ ਭਰੋਸਾ ਜਿਹਾ ਨਹੀਂ ਰਿਹਾ ਚਲੋ ਅਸੀਂ ਕਰਦੇ ਹਾਂ ਜਿੰਨਾ ਹੋ ਸਕੇ ਜੀ ਪੋਸੀਬਲ ਦੇਖ ਕੇ ਸਭ ਦੇ ਧਿਆਨ 'ਚ ਲੈ ਕੇ ਨਹੀਂ ਸਰ ਇਹ ਬੇਨਤੀ ਕਰਨੀ ਤੇ ਕੋਸ਼ਿਸ਼ ਤੇ ਸਾਨੂੰ ਜਿਹੜੀ ਹੈ ਸਾਨੂੰ ਤੁਹਾਡੇ ਵੱਲੋਂ ਜਿਹੜੀ ਉਮੀਦ ਸੀ ਉਦਾਂ ਹੀ ਮਿਲ ਗਈ ਹੈ ਜੀ ਤੁਸੀਂ ਬੜਾ ਸਾਨੂੰ ਦੱਸਿਆ ਜਦੋਂ ਕਹਿਣਾ ਚਾਹੁੰਦੇ ਸੀ ਅਸੀਂ ਵੀ ਕਹਿੰਦੇ ਠੀਕ ਹੈ ਤੁਸੀਂ ਐਸਡੀਐਮ ਦੇ ਪਰ ਜਦੋਂ ਤੁਸੀਂ ਇਹ ਬਣੇ ਆਏ ਨਾ ਤੁਸੀਂ ਉਹਨਾਂ ਦੇ ਮਿਲਦੇ ਹੁੰਦੇ ਤੁਹਾਨੂੰ ਉਹਨਾਂ ਦੇ ਗਾਈਡਲਾਈਨ ਦੇ ਨਾਲ ਤੁਸੀਂ ਚੱਲਣਾ ਹੁੰਦਾ ਬੇਸਿਕਲੀ ਅਸੀਂ ਚਾਹੁੰਦੇ ਜੋ ਵੀ ਜਿੱਦਾਂ ਤੁਸੀਂ ਪ੍ਰਸ਼ਾਸਨ ਦੇ ਸਾਡਾ ਜਦੋਂ ਪ੍ਰਸ਼ਾਸਨ ਦਾ ਉਹ ਲੋਕਾਂ ਦੇ ਖੇਤ ਵਿੱਚ ਹੁੰਦਾ ਲੋਕਾਂ ਦੇ ਵਾਸਤੇ ਹੁੰਦਾ ਤੁਸੀਂ ਆਪਣਾ ਪਰਸਨਲ ਜਿਹੜਾ ਕਿ ਜੋ ਵੀ ਕਰ ਸਕਦੇ ਜੇ ਇਹ ਸਾਡੇ ਸਾਰੇ ਕਿਸਾਨਾਂ ਵਾਸਤੇ ਜੋ ਵੀ ਕਰ ਸਕਦੇ ਹੋ ਪਹਿਲੀ ਗੱਲ ਤਾਂ ਤੁਸੀਂ ਦੱਸਿਆ ਹੀ ਹੈ ਸਾਨੂੰ ਖੁਦ ਕਿਸਾਨ ਤੇ ਤੁਸੀਂ ਯਾਰ ਦੱਸਿਆ ਕਿ ਕਿਸਾਨ ਹੈ ਤੁਸੀਂ ਮੈਡਮ ਦੱਸਿਆ ਸੰਗਰੂਰ ਤੋਂ ਸਾਰਿਆਂ ਜ਼ਿਆਦਾ ਉਸ ਵਿੱਚ ਮੋਸਟਲੀ ਜਿਹੜਾ ਅਗਲੇ ਐਮਐਲਏ ਸੰਗਰੂਰ ਏਰੀਆ ਮੋਸਟ ਇਫੈਕਟ ਸਾਨੂੰ ਆਸ ਵੀ ਹੈ ਕਿ ਸਾਡੇ ਜ਼ਿਆਦਾ ਜਿਹੜੀ ਸੰਗਰੂਰ ਪਟਿਆਲੇ ਡਿਸਟ੍ਰਿਕਟ ਦੀ ਅਫੈਕਟਡ ਹੈ ਦੇ ਆਰ ਸੈਟਡ देयर ਆਲ ਦ ਡਿਮਾਂਡਸ ਹਾਲਾਂਕਿ ਅਜੇ ਜਿਹੜਾ ਮਾਝਾ ਹੈ ਨਾ ਮਾਝਾ ਇੰਨਾ ਅਗਰੈਸਿਵ ਨਹੀਂਗਾ ਕਿ ਉਧਰ ਬਹੁਤ ਅਗਰੈਸਿਵ ਹੋਏ ਨੇ ਕਿ ਜਿੱਦਾਂ ਕਿਤੇ ਉਹਨਾਂ ਨੇ ਪੀਡੀ ਬਣ ਲਿਆ ਕਿਤੇ ਕੁਝ ਕਰ ਲਿਆ ਕਿਤੇ ਕੁਝ ਕਰ ਲਿਆ ਪਰ ਅਜੇ ਮਾਝੇ ਦਾ ਮਾਝਾ ਪ੍ਰਧਾਨੀ ਤਾਂ ਕਰਦੇ ਹੀ ਹੈ ਹਾਂਜੀ ਪਰ ਮਾਝਾ ਇਸ ਮਸਲੇ 'ਚ ਨਹੀਂਗਾ ਵੀ ਨਹੀਂ ਵੀ ਕਿਸੇ ਅਗਰੈਸਿਵ ਹੋ ਕੇ ਕਿਸੇ ਦਾ ਨੁਕਸਾਨ ਕਰਨ ਬਾਰੇ ਇਹਨਾਂ ਨੂੰ ਇੱਕੋ ਹੀ ਚੀਜ਼ ਹੈ ਕਿ ਮਾਝੇ ਵਾਲੇ ਤਕਰੀਬਨ ਦੇਖੋ ਮੋਰ ਦੈਨ 95% ਲੋਕ ਇਹੀ ਚਾਹੁੰਦੇ ਕਿ ਸਾਨੂੰ ਚੰਗੀ ਤਰ੍ਹਾਂ ਕੁਝ ਵਧੀਆ ਮੁਆਵਜ਼ਾ ਮਿਲ ਜੇ ਤੇ ਅਸੀਂ ਚਲੋ ਦੇਖੋ ਜੀ ਮੈਂ ਇੱਕ ਨਾ ਦੂਜੇ ਪਾਸੇ ਗੱਲ ਕਰੀ ਹੁਣ ਬੰਦ ਕਰ ਲਓ ਠੀਕ ਹੈ ਹਾਂ ਸਰਕਲ ਖੋਲ ਲੋ ਜਾਮ ਬੜਾ ਜਾ ਖੁੱਲੇ ਹੋ ਹਾਂ ਖੁੱਲੇ ਹੋ ਹਾਂ ਮੈਂ ਇਦਾਂ ਹੋ ਖੁੱਲੇ ਹੋ ਇਦਾਂ ਵਧੀਆ ਹਾਂ ਉਹਦਾ ਵੀਡੀਓ ਬਣਾਓਗੇ ਬੋਲੋ ਚਲੋ ਬੋਲੋ ਭਾਜੀ ਅੱਜ 7 ਜਨਵਰੀ ਨੂੰ ਐਸਡੀਐਮ 1 ਐਸਡੀਐਮ 2 ਦੇ ਅੱਜ ਸਾਰੇ ਕਿਸਾਨ ਵੀਰ ਆਪਣੇ ਕਟੜਾ ਜੰਮੂ ਜਿਹੜੀ ਸੜਕ ਆ ਉਹਦੇ ਸਬੰਧ ਵਿੱਚ ਆਪਣਾ ਮੰਗ ਪੱਤਰ ਦਿੱਤਾ ਇਤਰਾਜ਼ ਪੱਤਰ ਦਿੱਤਾ ਵਾ ਕਿ ਜਿਹੜੀ ਇਹ ਸੜਕ ਆ ਇਹਦੇ ਬਹੁਤ ਜ਼ਿਆਦਾ ਨੁਕਸਾਨ ਹੈ ਪੰਜਾਬ ਦੇ ਵਿੱਚ ਇਹਦੇ
बड़े ही ज़्यादा ਜਿਹੜੇ ਨੁਕਸਾਨ ਹੋਣੇ ਆ ਸਾਨੂੰ। ਸਾਡੀਆਂ ਜ਼ਮੀਨਾਂ ਅੱਧੀਆਂ ਉੱਧਰ ਰਹਿ ਜਾਣੀਆਂ, ਅੱਧੀਆਂ ਇੱਧਰ ਰਹਿ ਜਾਣੀਆਂ ਵਾ। ਅਸੀਂ ਜ਼ਮੀਨ ਤੇ ਚੜ੍ਹ ਨਹੀਂ ਸਕਦੇ, ਸਾਡਾ ਤੇ ਟਰੈਕਟਰ ਨਹੀਂ ਚੜ੍ਹ ਸਕਦਾ, ਸਾਡਾ ਤੇ ਕੋਈ ਚੜ੍ਹ ਨਹੀਂ ਸਕਦੇ, ਕੋਈ ਚੀਜ਼ ਚੜ੍ਹ ਨਹੀਂ ਸਕਦੀ। ਇਸ ਤੇ ਸਾਨੂੰ ਇਹਦਾ ਕੋਈ ਫਾਇਦਾ ਨਹੀਂਗਾ। ਤੇ ਨਾਲ ਹੀ ਅਸੀਂ ਕਿਹਾ ਇਹਨਾਂ ਨੂੰ ਕਿ ਜਿੰਨਾ ਚਿਰ ਸਾਡੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਦਿੱਲੀ ਬੈਠੀਆਂ ਨੇ, ਉਹ ਜਿੰਨਾ ਚਿਰ ਉਹਨਾਂ ਦਾ ਕੋਈ ਫੈਸਲਾ ਨਹੀਂ ਹੁੰਦਾ, ਇਹ ਸੜਕ ਦਾ ਜਿੰਨਾ ਵੀ ਕੰਮ ਹੈ ਸਾਰਾ ਉਹ ਮੁਲਤਵੀ ਕਰ ਦਿੱਤਾ ਜਾਵੇ, ਉਹਦਾ ਸਸਪੈਂਡ ਕਰ ਦਿੱਤਾ ਜਾਵੇ। ਜਦੋਂ ਸਾਡੀਆਂ ਕਿਸਾਨ ਜਥੇਬੰਦੀਆਂ ਉੱਥੇ ਮੁੜ ਕੇ ਆਉਣਗੀਆਂ ਤੇ ਫਿਰ ਦੁਬਾਰਾ ਤੁਸੀਂ ਇਹਦਾ ਜਿਹੜਾ ਕਿ ਕੰਮ ਚਾਲੂ ਕਰ ਲਿਓ। ਅੱਜ ਸਾਨੂੰ ਐਸਡੀਐਮ ਸਾਹਿਬ ਨੇ ਬੜਾ ਵਿਸ਼ਵਾਸ ਦਵਾਇਆ ਵਾ, ਬੜਾ ਆਸ਼ਵਾਸਨ ਦਵਾਇਆ ਵਾ। ਤੇ ਮੈਂ ਜਿੰਨੀ ਵੀ ਹੈਲਪ ਹੋਊਗੀ ਤੁਹਾਡੀ ਕਰੂੰਗਾ, ਜਿੰਨੀ ਵੀ ਹੋ ਸਕੇ ਅਸੀਂ ਆਪਣੀ ਸਰਕਾਰ ਨੂੰ ਵੀ ਭੇਜਾਂਗੇ, ਐਨਐਚਏ ਦੇ ਨੁਮਾਇੰਦਿਆਂ ਨੂੰ ਵੀ ਭੇਜਾਂਗੇ। ਅਸੀਂ ਵੱਧ ਤੋਂ ਵੱਧ ਤੁਹਾਡੀਆਂ ਮੁਸ਼ਕਲਾਂ ਜਿਹੜੀਆਂ ਹੱਲ ਕਰਾਉਣ ਦਾ ਭਰੋਸਾ ਦਿੱਤਾ ਵਾ। ਤੇ ਸਾਰੇ ਵੀਰਾਂ ਨੂੰ ਅੱਜ ਜਿਹੜੇ ਇਕੱਠੇ ਹੋਏ ਆ, ਸਾਰਿਆਂ ਦਾ ਧੰਨਵਾਦ। ਜਿਹੜੇ ਇੱਥੇ ਆਏ ਆ ਸਾਰੇ ਪਹੁੰਚੇ ਆ। ਗਾਂਹ ਵੀ ਜਦੋਂ ਕਿਤੇ ਇਕੱਠ ਹੁੰਦਾ ਵਾ, ਸਾਰੇ ਵੀਰ ਜਿਹੜੇ ਕਿ ਇੱਦਾਂ ਪਹੁੰਚਿਆ ਕਰੋ ਤਾਂ ਕਿ ਆਪਣਾ ਜਿਹੜਾ ਆਪਣੀ ਜਾਇਦਾਦ ਦਾ ਮਸਲਾ ਵਾ, ਆਪਣੀ ਜਾਇਦਾਦ ਦੇ ਮਸਲੇ ਦੇ ਵਾਸਤੇ ਆਪਾਂ ਆਪ ਸਾਰੇ ਇਕੱਠੇ ਹੋਇਆ ਕਰੀਏ। ਇਹਨਾਂ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਭਾਜੀ? ਮੇਰਾ ਨਾਮ ਰਾਜਵਿੰਦਰ ਸਿੰਘ ਹੁੰਦਲ, ਮੈਂ ਆਪਣਾ ਕਰੜਾ ਐਕਸਪ੍ਰੈਸਵੇ ਅੰਮ੍ਰਿਤਸਰ ਦੇ ਅਸੀਂ ਨੁਮਾਇੰਦੇ ਆ। ਸਾਡੀ 2 ਘਰਾਂ ਦੀ 8 ਕਿੱਲੇ ਜ਼ਮੀਨ ਵਿੱਚ ਆ ਰਹੀ ਆ ਤੇ ਆਲਰੇਡੀ ਸਾਡੀ ਜ਼ਮੀਨ ਪਹਿਲਾਂ ਹੀ ਸੜਕ ਦੇ ਉੱਤੇ ਆ, ਜੰਡਿਆਲਾ ਤਰਨਤਾਰਨ ਰੋਡ ਤੇ। ਉਹਦਾ ਸਾਨੂੰ ਬਹੁਤ ਹੀ ਕਰੜਾ ਐਕਸਪ੍ਰੈਸਵੇ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ। ਉਹਦੇ ਸੰਬੰਧ ਵਿੱਚ ਅਸੀਂ ਐਸਡੀਐਮ ਸਾਹਿਬ ਨੂੰ ਇਹਦੇ 'ਚ ਲੈਟਰਸ ਦਿੱਤੀ ਹੈ, ਮੈਮੋਰੰਡਮ ਦਿੱਤਾ ਵਾ ਵੀ ਤਾਂ ਕਿ ਸਾਡੇ ਬਾਰੇ ਕੋਈ ਸੋਚਿਆ ਜਾਵੇ, ਕਿਉਂਕਿ ਸਾਨੂੰ ਇਹ ਬਹੁਤ ਵੱਡੀ ਪ੍ਰੋਬਲਮ ਸੀ ਵੀ ਨਾਲੇ ਦੀ ਜ਼ਮੀਨ ਵੀ ਸਾਡੇ ਕੋਲ ਲੈ ਲਓ ਤੇ ਕੋਈ ਮੁਆਵਜ਼ਾ ਵੀ ਨਾ ਚੰਗਾ ਮਿਲੇ ਤੇ ਜਿਹੜੀ ਰੋਡ ਬਣਾ ਰਹੇ ਆ ਉਹ ਤੇ ਅਸੀਂ ਚੜ੍ਹ ਵੀ ਨਾ ਸਕੀਏ ਤੇ ਸਾਨੂੰ ਕੀ ਫਾਇਦਾ ਹੋਊਗਾ ਜੀ ਇਹਦੇ ਜ਼ਮੀਨ ਦਾ, ਦਿੱਤਿਆਂ ਦਾ। ਸਾਨੂੰ ਕੀ ਲੈਣਾ ਜੀ ਇਹ ਕਰੜਾ ਐਕਸਪ੍ਰੈਸਵੇ ਤੋਂ। ਉਹਨਾਂ ਨੇ ਬਹੁਤ ਹੀ ਅੱਜ ਆਪਣਾ ਰਿਸਪੌਂਸ ਪੋਜ਼ਿਟਿਵ ਦਿੱਤਾ ਵਾ ਵੀ ਤੁਹਾਡੀ ਜ਼ਮੀਨ ਕੋਈ ਖੋਊਗਾ ਨਹੀਂ, ਤੁਹਾਡੀ ਜ਼ਮੀਨਾਂ ਦੇ ਪੂਰੇ ਮੁਆਵਜ਼ੇ ਮਿਲਣਗੇ ਤੇ ਤੁਹਾਡੇ ਕੋਲ ਕੋਈ ਜ਼ਮੀਨ ਲੈਣ ਆਊਗਾ ਨਹੀਂ ਤੇ ਤੁਹਾਡੀ ਜ਼ਮੀਨ 'ਚ ਕੋਈ ਨਹੀਂ ਵੜੂਗਾ ਅੰਟਿਲ ਅਨਲੈਸ ਜਿਹਨਾਂ ਚਿਰ ਸਾਡੇ ਫਾਰਮਰ ਸ਼ੰਭੂ ਬਾਰਡਰ ਤੇ ਬੈਠੇ ਨੇ ਉਹ ਵਾਪਸ ਨਾ ਆਉਣਗੇ। ਸਾਡੀ ਮੇਨ ਰਿਕੁਐਸਟ ਇਹ ਸੀ ਵੀ ਉਹ ਪਹਿਲਾਂ ਸਾਡੇ ਵਾਪਸ ਆਉਣਗੇ ਤੇ ਫਿਰ ਤੁਸੀਂ ਸਾਡਾ ਆਪਣਾ 3D 3G ਜਿਹੜੇ ਨੋਟਿਸ ਨੂੰ ਭੇਜਣੇ ਫਿਰ ਭੇਜਿਓ। ਇਸ ਸੰਬੰਧ ਵਿੱਚ ਅਸੀਂ ਐਸਡੀਐਮ ਸਾਹਿਬ ਨੂੰ ਆਪਣਾ ਵਿਕਾਸ ਹੀ ਰਾਜੂ ਨੂੰ ਐਸਡੀਐਮ 1 ਤੇ ਮੈਡਮ ਇਨਾਇਤ ਐਸਡੀਐਮ 2 ਦੋਨਾਂ ਐਸਡੀਐਮ ਨੂੰ ਭਾਗ ਕੇ ਕੀ ਗੱਲ ਕਰਨੀ ਹੈ ਤੇ ਕੀ ਨਹੀਂ ਕਰਨੀ। ਉਹਨਾਂ ਨੇ ਬੜਾ ਸਾਨੂੰ ਕਿਹਾ ਵਾ ਵੀ ਵਿਸ਼ਵਾਸ ਦਿਵਾਇਆ ਵਾ ਵੀ ਉਹਨਾਂ ਚਿਰ ਕੋਈ ਨਹੀਂ ਤੁਹਾਡੀ ਜ਼ਮੀਨਾਂ 'ਚ ਵੜਾ ਜਿੰਨਾ ਚਿਰ ਮਤਲਬ ਸਾਨੂੰ NHAI ਦੀ ਅਥਾਰਟੀਜ਼ ਨੂੰ ਕਹਿ ਦਾਂਗੇ ਜਿਹਦੇ ਸਾਡੇ ਬੰਦੇ ਵਾਪਸ ਨਹੀਂ ਆ ਜਾਓ, ਉਸ ਤੋਂ ਬਾਅਦ ਸਾਰੀ ਗੱਲ ਕਰਾਂਗੇ। ਮਿਹਰਬਾਨੀ, ਧੰਨਵਾਦ। ਵਾਹਿਗੁਰੂ ਖਾਲਸਾ ਵਾਹਿਗੁਰੂ।